ਕੰਮ ਵਾਲੀਆਂ ਥਾਵਾਂ ਦੇ ਉੱਤੇ ਵੱਖੋ ਵੱਖਰੀਆਂ ਚੁਣੌਤੀਆਂ ਆ ਰਹੀਆਂ ਨੇ। ਜਿਹੜੀਆਂ ਕੰਮ ਵਾਲੀਆਂ ਥਾਵਾਂ ਖੁੱਲ੍ਹ ਵੀ ਰਹੀਆਂ ਨੇ ਉਹਨਾਂ ਵਿੱਚ ਕਈ ਬਦਲਾਅ ਆ ਰਹੇ ਨੇ, ਚਾਹੇ ਫਿਰ ਕੰਮ ਵਾਲੀਆਂ ਥਾਵਾਂ ਦੇ ਉੱਤੇ ਕਾਮਿਆਂ ਦੀ ਕਮਾਈ ਨੂੰ ਲੈ ਕੇ ਹੋਵੇ, ਜਾਂ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਹੋਵੇ, ਜਾਂ ਫਿਰ ਜਿਹੜੇ ਆਰਜ਼ੀ ਤੌਰ ਦੇ ਉੱਤੇ ਕੋਵਿਡ-19 ਦੇ ਕਰਕੇ ਜਿਨ੍ਹਾਂ ਦਾ ਕੰਮ ਛੁੱਟ ਗਿਆ ਹੈ, ਤਾਂ ਕੀ ਉਹ ਇਹ ਤਾਂ ਨਹੀਂ ਹੋਵੇਗਾ ਕਿ ਕੋਵਿਡ-19 ਦੇ ਦੌਰਾਨ ਜੇਕਰ ਹਾਲਾਤਾਂ ਵਰਗੇ ਹੋ ਵੀ ਜਾਂਦੇ ਨੇ ਤਾਂ ਉਹਨਾਂ ਦਾ ਕੰਮ ਹਮੇਸ਼ਾ ਲਈ ਛੁੱਟ ਜਾਵੇਗਾ। ਅਤੇ ਇਸੇ ਸੰਬੰਧੀ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਸਮਾਂ ਮਿਆਦ ਦੇ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਕਿ ਕਿੰਨੇ ਹਫ਼ਤੇ ਵਾਸਤੇ ਤੁਸੀਂ ਜਿਹੜਾ ਤੁਹਾਡਾ ਜੇਕਰ ਕੰਮ ਛੁੱਟ ਜਾਂਦਾ ਹੈ ਤਾਂ ਉਸ ਤੋਂ ਬਾਅਦ ਆਰਜ਼ੀ ਤੌਰ ਦੇ ਉੱਤੇ ਉਸੇ ਕੰਮ ਛੁੱਟੇ ਦੀ ਜਿਹੜੀ ਸਮਾਂ ਮਿਆਦ ਹੈ ਉਸ ਨੂੰ ਵਧਾ ਦਿੱਤਾ ਗਿਆ। ਉਦੋਂ ਤੱਕ ਤੁਸੀਂ ਜੋ ਪੱਕੇ ਤੌਰ ਦੇ ਉੱਤੇ ਤੁਹਾਡੀ ਕੰਮ ਤੋਂ ਛੁੱਟੀ ਨਹੀਂ ਹੋ ਸਕਦੀ। ਅਤੇ ਇਸੇ ਸੰਬੰਧੀ ਲੇਬਰ ਮਿਨਿਸਟਰ ਹੈਰੀ ਬੈਂਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ। ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਕਿਹੜੇ ਐਲਾਨ ਕੀਤੇ ਗਏ ਨੇ ਅਤੇ ਕਿਵੇਂ ਉਸ ਦੇ ਉੱਤੇ ਕੰਮ ਹੋ ਰਿਹਾ, ਅਤੇ ਕਾਮਿਆਂ ਵੱਲੋਂ ਜੋ ਅਹਿਮ ਸਵਾਲ ਪੁੱਛੇ ਜਾ ਰਹੇ ਨੇ ਵਾਰ-ਵਾਰ, ਉਹ ਵੀ ਅਸੀਂ ਉਹਨਾਂ ਨੂੰ ਪੁੱਛੇ ਨੇ। ਤੁਹਾਨੂੰ ਸੁਣਾਉਂਦੇ ਹਾਂ ਕਿ ਉਹਨਾਂ ਨੇ ਕੀ ਕੁਝ ਕਿਹਾ। ਆਪਾਂ ਨੂੰ ਪਤਾ ਕਿ ਕੋਵਿਡ-19 ਕਰਕੇ ਹਾਲਾਤ ਇਹੋ ਜਿਹੇ ਬਣ ਗਏ ਕਿ ਇੰਪਲੋਇਰ ਤੇ ਵਰਕਰਸ ਵਾਸਤੇ ਕਾਫੀ ਅਨਸਰਟਨਟੀ ਬਣ ਗਈ ਸੀਗੀ। ਸੋ ਅਸੀਂ ਦੇਖਦੇ ਹਾਂ ਨੰਬਰ 1 ਪ੍ਰਾਇੋਰਟੀ ਸਰਕਾਰ ਦੀ ਇਹ ਸੀ ਕਿ ਲੋਕਾਂ ਦੀ ਹੈਲਥ ਐਂਡ ਸੇਫਟੀ ਨੂੰ ਪ੍ਰੋਟੈਕਟ ਕਰੀਏ, ਵਰਕਰਸ ਦੀ ਹੈਲਥ ਐਂਡ ਸੇਫਟੀ ਨੂੰ ਪ੍ਰੋਟੈਕਟ ਕਰੀਏ ਜਿਹੜੇ ਕਿ ਕੰਮ ਕਰ ਰਹੇ ਸੀਗੇ। ਖਾਸ ਤੌਰ ਤੇ ਉਹ ਅਸੈਂਸ਼ੀਅਲ ਵਰਕਰਸ ਜਿਹੜੇ ਹੈਗੇ ਆ, ਅਸੈਂਸ਼ੀਅਲ ਸਰਵਿਸ ਪ੍ਰੋਵਾਈਡ ਕਰਦੇ ਆ ਸਾਨੂੰ। ਸੋ ਉਹਨਾਂ ਵਾਸਤੇ ਕਾਫੀ ਕਦਮ ਉਠਾਏ ਸਰਕਾਰ ਨੇ। $5 ਬਿਲੀਅਨ BC ਸਰਕਾਰ ਨੇ ਉਹਦਾ ਪੈਕੇਜ ਲੈ ਕੇ ਆਉਂਦਾ, ਇਕਨੋਮਿਕ ਪੈਕੇਜ, ਤਾਂ ਕਿ ਵਰਕਰਸ ਜਾਂ ਜਿਨ੍ਹਾਂ ਦੇ ਕੰਮ ਟੁੱਟ ਗਏ ਆ, ਇਨਕਮ ਘੱਟ ਗਈ ਆ, ਉਹਨਾਂ ਨੂੰ ਕੁਛ ਪੈਸੇ ਮਿਲ ਸਕਣ ਘਰ ਦੇ ਵਿੱਚ, ਜਿਹੜਾ ਕਿ ਮਈ 1 ਤੋਂ $1000 ਉਹ ਲੋਕਾਂ ਨੂੰ ਮਿਲਣਾ ਸ਼ੁਰੂ ਹੋ ਜਾਏਗਾ। ਤੇ ਉਹ ਇਹ ਸਾਰਾ ਕੁਛ ਹੈਗਾ। ਫਿਰ ਫੈਡਰਲ ਸਰਕਾਰ ਜਿਹੜਾ ਉਹਨਾਂ ਦੇ ਪ੍ਰੋਗਰਾਮ ਹੈ, ਉਹਨਾਂ ਵਿੱਚ ਜਿਹੜੇ ਗੈਪ ਰਹਿ ਗਏ ਸੀ ਉਹਨਾਂ ਨੂੰ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਜਿਹੜੇ ਬਿਜ਼ਨੈਸਿਸ ਹੈਗੇ ਆ ਉਹਨਾਂ ਵਾਸਤੇ, ਉਹਨਾਂ ਦੀਆਂ ਰੈਂਟ ਵਾਸਤੇ, ਉਹਨਾਂ ਦੇ ਪ੍ਰਾਪਰਟੀ ਟੈਕਸਿਸ ਤੇ ਕਿੱਦਾਂ ਅਸੀਂ ਉਹਨਾਂ ਨੂੰ ਛੋਟ ਦੇ ਦਿੱਤੀ ਜਾਵੇ, ਡਿਲੇ ਕਰ ਦਿੱਤੇ ਜਾਣ। ਤੇ ਨਾਲ ਦੀ ਨਾਲ ਕੁਛ ਛੋਟਾਂ ਜਿਸ ਤਰ੍ਹਾਂ ਕਿ ਜਿਹੜਾ ਹੈਗਾ ਪ੍ਰਾਪਰਟੀ ਸਕੂਲ ਟੈਕਸ ਹੈਗੇ ਪੇ ਕਰਦੇ ਆ। ਸੋ ਓਵਰਆਲ ਜਿਹੜਾ ਪ੍ਰਾਪਰਟੀ ਟੈਕਸ ਹੈਗਾ ਆ ਉਹ 25% ਦੀ ਛੋਟ ਮਿਲ ਜਾਣੀ ਆ ਬਿਜ਼ਨਸਿਸ ਨੂੰ BC ਦੇ ਵਿੱਚ। ਤੇ ਜਿਹੜੇ ਉਹਨਾਂ ਨੇ ਟੈਕਸ ਕਲੈਕਟ ਕੀਤੇ ਹੁੰਦੇ ਆ ਪ੍ਰੋਵਿੰਸ ਦੇ ਬਿਹਾਫ ਤੇ, ਪ੍ਰੋਵਿੰਸ਼ੀਅਲ ਹੈਲਥ ਟੈਕਸ ਪੇ ਕਰਨਾ ਸੀ, ਉਹ ਉਹਨਾਂ ਨੂੰ ਕਹਿ ਦਿੱਤਾ ਕੋਈ ਡਿਲੇ ਕਰ ਸਕਦੇ ਸੈਪਟੈਂਬਰ 30 ਤੱਕ। ਪ੍ਰੋਵਿੰਸ਼ੀਅਲ ਸੇਲਸ ਟੈਕਸ ਜਾਂ ਕਾਰਬਨ ਟੈਕਸ ਵਰਗੀਆਂ ਜਿਹੜੀਆਂ ਟੈਕਸਿਸ ਹੈਗੇ ਉਹ ਵੀ ਸੈਪਟੈਂਬਰ 30 ਤੱਕ ਉਹ ਪੇ ਕਰ ਸਕਦੇ ਆ, ਤਾਂ ਕਿ ਉਹਨਾਂ ਕੋਲ ਕੈਸ਼ ਫਲੋ ਬਣਿਆ ਰਵੇ, ਵਰਕਰ ਨੂੰ ਇੰਪਲੋਏ ਕਰੀ ਰੱਖਣ। ਤੇ ਹੁਣ ਅਸੀਂ ਇੱਕ ਇਹ ਆ ਰਹੀ ਸੀ ਕਿਉਂਕਿ ਲੋਕਾਂ ਨੂੰ, ਬਿਜ਼ਨਸ ਨੂੰ ਮੌਕਾ ਨਹੀਂ ਮਿਲਿਆ ਜਿਹੜਾ ਕਿ ਇੰਪਲੋਇਮੈਂਟ ਸਟੈਂਡਰਡ ਦੇ ਅਧੀਨ ਜੇ ਕਿਸੇ ਨੂੰ ਤੁਸੀਂ ਲੇ ਆਫ ਕਰਦੇ ਹੋ ਤੇ ਉਹਨਾਂ ਦਾ ਹੱਕ ਬਣਦਾ ਇੰਪਲੋਇਮੈਂਟ ਸਟੈਂਡਰਡ ਅਧੀਨ ਕਿ ਉਹਨਾਂ ਨੂੰ ਨੋਟਿਸ ਮਿਲੇ ਉਹਨਾਂ ਦੀ ਸਰਵਿਸ ਮੁਤਾਬਕ। ਤੇ ਜੇ ਤੁਸੀਂ ਨੋਟਿਸ, ਵਰਕਿੰਗ ਨੋਟਿਸ ਨਹੀਂ ਦਿੰਦੇ ਤਾਂ ਫਿਰ ਉਹਨਾਂ ਦੀ ਸੇਵਰੈਂਸ ਪੇ ਬਣਦੀ ਆ, ਉਹਦੇ ਨਾਲ ਪਰਮਾਨੈਂਟ ਉਹ ਜਿਹੜਾ ਹੈਗਾ ਲੇ ਆਫ ਹੋ ਜਾਂਦੀ ਆ। ਪਰ ਉਹਦੇ ਵਿੱਚ ਇੱਕ ਪ੍ਰੋਵੀਜ਼ਨ ਸੀਗੀ ਕਿ ਇੰਪਲੋਇਰ ਤੇ ਇੰਪਲੋਈ ਰਲ ਕੇ 13 ਵੀਕ ਵਾਸਤੇ ਟੈਂਪਰੇਰੀ ਲੇ ਆਫ ਲੈ ਸਕਦੇ ਸੀਗੇ। ਤਾਂ ਜੇ 13 ਵੀਕ ਦੇ ਵਿੱਚ ਤੁਸੀਂ ਮੁੜ ਕੇ ਦੁਬਾਰਾ ਬਿਜ਼ਨਸ ਚਾਲੂ ਹੋ ਜਾਂਦਾ, ਵਰਕਰ ਸਾਰੇ ਰੀਕਾਲ ਹੋਣਗੇ, ਆਪਣੀ ਜੌਬਸ ਤੇ ਆ ਸਕਦੇ ਆ। ਪਰ ਜੇ 13 ਵੀਕ ਤੋਂ ਫਿਰ ਵੱਧ ਜਾਂਦਾ ਟਾਈਮ ਤਾਂ ਫਿਰ ਉਹਨਾਂ ਨੂੰ ਪਰਮਾਨੈਂਟ ਉਹ ਸ਼ਟਡਾਊਨ ਹੋ ਜਾਂਦੀ, ਪਰਮਾਨੈਂਟ ਲੇ ਆਫ ਹੋ ਜਾਂਦੀ ਆ, ਤੇ ਉਹਨਾਂ ਨੂੰ ਫਿਰ ਸੇਵਰੈਂਸ ਪੇ ਮਿਲਦੀ ਆ ਕਿਉਂਕਿ ਉਹਨਾਂ ਨੂੰ ਵਰਕਿੰਗ ਨੋਟਿਸ ਨਹੀਂ ਸੀ ਮਿਲਿਆ। ਸੋ ਸਾਨੂੰ ਕਹਿ ਰਹੇ ਸੀ 13 ਵੀਕ ਇਨਫ ਨਹੀਂ ਹੋਏਗਾ ਕਿਉਂਕਿ ਹਾਲਾਤ ਇਹੋ ਜਿਹੇ, ਅਨਸਰਟਨਟੀ ਇਹੋ ਜਿਹੀ ਬਣ ਗਈ ਆ ਕਿ ਸਾਨੂੰ ਟਾਈਮ ਹੋਰ ਚਾਹੀਦਾ। ਫਿਰ ਇਸ ਕਰਕੇ ਉਹਨਾਂ ਨੇ ਸਾਨੂੰ ਅਪਰੋਚ ਕਰਦੇ ਸੀ ਤੇ ਅਸੀਂ ਫਿਰ ਹੁਣ ਨਵੀਂ ਚੇਂਜ ਲੈ ਕੇ ਆਏ ਹਾਂ ਕਿ ਅਸੀਂ ਉਹ ਜਿਹੜਾ 13 ਵੀਕ ਦਾ ਟੈਂਪਰੇਰੀ ਲੇ ਆਫ ਉਹ 16 ਵੀਕ ਕਰ ਦਿੱਤਾ ਜੀ। ਜੇ ਇੰਪਲੋਇਰ ਤੇ ਇੰਪਲੋਈ ਮੰਨਣ ਤੇ ਉਹ 16 ਵੀਕ ਫਿਰ ਟੈਂਪਰੇਰੀ ਲੇ ਆਫ ਹੋਏਗਾ, ਤੇ 16 ਵੀਕ ਦੇ ਵਿੱਚ ਮੁੜ ਕੇ ਦੁਬਾਰਾ ਰੀਕਾਲ ਹੋ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਸੈਵਰੈਂਸ ਨਹੀਂ ਦੇਣੀ ਪਏਗੀ ਇੰਪਲੋਇਰ ਨੂੰ, ਤੇ ਵਰਕਰ ਦੇ ਜਿਹੜੇ ਰੀਕਾਲ ਰਾਈਟ ਉਹ ਤਿਉਂ ਦੇ ਤਿਉਂ ਕਾਇਮ ਰਹਿਣਗੇ। ਇਹਦੇ ਨਾਲ ਦੋਨਾਂ ਨੂੰ ਫਾਇਦਾ। ਇੰਪਲੋਇਰ ਨੂੰ ਪੈਸੇ ਚਾਹੀਦੇ ਆ ਕੈਸ਼ ਫਲੋ ਵਾਸਤੇ, ਉਹਨਾਂ ਨੂੰ ਪਤਾ ਕਿ ਅਸੀਂ ਦੁਬਾਰਾ ਵਰਕਰ ਕਾਲ ਕਰ ਲੈਣੇ ਆ, ਤੇ ਉਹ ਕਹਿੰਦੇ 13 ਵੀਕ ਥੋੜਾ ਵਧਾ ਦਿਓ, ਅਸੀਂ 16 ਵੀਕ ਦੇ ਵਿੱਚ ਰੀਕਾਲ ਕਰ ਲੈਣਗੇ ਤੇ ਉਹਨਾਂ ਨੂੰ ਸੈਵਰੈਂਸ ਪੇ ਨਹੀਂ ਦੇਣੀ ਪਏਗੀ। ਵਰਕਰ ਨੂੰ ਇਹ ਫਾਇਦਾ ਹੈਗਾ ਕਿ ਉਹਨਾਂ ਨੂੰ 13 ਵੀਕ ਬਾਅਦ ਉਹਨਾਂ ਦੇ ਇੰਪਲੋਇਮੈਂਟ ਸੈਵਰਡ ਹੋ ਜਾਣਾ ਸੀਗਾ, ਤੇ ਉਹਨਾਂ ਨੂੰ ਹੋਏਗਾ ਕਿ 16 ਵੀਕ ਹੁਣ ਹੈਗੀ ਆ, ਤੇ ਉਹਦੇ ਨਾਲ ਉਹਨਾਂ ਦਾ ਰੀਕਾਲ ਰਾਈਟ ਕਾਇਮ ਰਹਿਣਗੇ, ਉਹਨਾਂ ਦਾ ਇੰਪਲੋਇਮੈਂਟ ਜਿਹੜਾ ਸੰਬੰਧ ਬਣਿਆ ਰਹੇਗਾ ਇੰਪਲੋਇਰ ਦੇ ਨਾਲ। ਜੌਬਸ ਅੱਗੇ ਨਹੀਂ ਮਿਲਦੀਆਂ ਤਾਂ ਉਹਨਾਂ ਨੂੰ ਉਹ ਜੌਬ ਦੁਬਾਰਾ ਉਹਨਾਂ ਵਾਸਤੇ ਕਾਇਮ ਹੋਏਗੀ। ਸੋ ਇਹ ਦੋਨੇ ਵਿਨ ਵਿਨ ਸਿਚੁਏਸ਼ਨਸ ਹੈਗੀਆਂ, ਤੇ ਅਸੀਂ ਇਹ ਅੱਜ ਤੋਂ ਚੇਂਜਸ ਲਿਆ ਰਹੇ ਹਾਂ ਤਾਂ ਕਿ ਇੰਪਲੋਇਰ ਜਿਹੜਾ ਉਹਨਾਂ ਦਾ ਕੈਸ਼ ਫਲੋ ਜਿਹੜਾ ਹੱਦ ਤੱਕ ਆ ਉਹ ਠੀਕ ਰਹਿ ਸਕੇ, ਇੰਪਲੋਈ ਦੀ ਜਿਹੜੀ ਹੈਗੀ ਇੰਪਲੋਇਮੈਂਟ ਰਿਲੇਸ਼ਨਸ਼ਿਪ ਆਪਣੇ ਇੰਪਲੋਇਰ ਨਾਲ ਬਣਿਆ ਰਹਿ ਸਕੇ, ਤਾਂ ਕਿ ਉਹਨਾਂ ਨੂੰ ਜਦੋਂ ਮੁੜ ਕੇ ਕੰਮ ਸ਼ੁਰੂ ਹੋਣਗੇ ਤਾਂ ਉਹਨਾਂ ਨੂੰ ਰੀਕਾਲ ਕਰ ਲਿਆ ਜਾਵੇ। ਤੇ ਫਿਰ ਇਹ ਸਿਰਫ ਕੋਵਿਡ-19 ਦੇ ਕਰਕੇ ਇਸ ਵਕਤ ਹੀ ਹੈ ਜਾਂ ਅੱਗੇ ਤੋਂ ਹਮੇਸ਼ਾ ਹੀ ਐਵੇਂ ਹੋ ਜਾਏਗਾ?
ਇਸ ਵੇਲੇ ਅਸੀਂ ਸਿਰਫ ਅੱਜ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਇਹ ਚੀਜ਼ ਲਿਆ ਰਹੇ ਹਾਂ। ਜਦੋਂ ਇਹ ਹਾਲਾਤ ਸੁਧਰ ਗਏ ਤੇ ਫਿਰ ਅਸੀਂ ਇਹਨੂੰ ਮੁੜ ਕੇ ਦੁਬਾਰਾ ਰਿਪੀਲ ਕਰ ਸਕਦੇ ਹਾਂ। ਜੀ, ਤੇ ਹੁਣ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਜਿੱਥੇ ਹੌਲੀ ਹੌਲੀ ਇਕਨੋਮੀ ਨੂੰ ਖੋਲਣ ਵਾਸਤੇ ਵੀ ਕੰਮ ਹੋ ਰਿਹਾ ਹੈ, ਤੇ ਫਿਰ ਕਾਮਿਆਂ ਨੂੰ ਕਿਤੇ ਕਿਤੇ ਜਿਹੜੇ ਕੰਮ ਨੇ ਖੁੱਲ ਰਹੇ ਨੇ ਉਹ ਜਾ ਸਕਦੇ ਨੇ। ਪਰ ਹੁਣ ਜਿਵੇਂ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਵਰਗਾ ਮਾਹੌਲ ਕੰਮ ਵਾਲੀਆਂ ਥਾਵਾਂ ਦੇ ਉੱਤੇ ਨਹੀਂ ਰਹਿਣਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਬਿਲਕੁਲ ਸਹੀ ਗੱਲ ਆ। ਸਾਰੇ ਲੋਕ ਡਰੇ ਹੋਏ ਹੈਗੇ ਆ ਫॉर ਰਾਈਟ ਰੀਜ਼ਨਸ, ਔਰ ਜਿਹੜੀ ਅਥਾਰਟੀਜ਼ ਹੈਗੇ ਆ, ਖਾਸ ਕਰ ਪਬਲਿਕ ਹੈਲਥ ਆਫਿਸ ਤੇ ਇੰਪਲੋਇਰ ਵਰਕਰ, ਸਾਰੇ ਇਸ ਚੀਜ਼ ਤੇ ਖਾਸ ਤੌਰ ਤੇ ਸਾਰੇ ਮੰਨਦੇ ਆ ਕਿ ਜੇ ਅਸੀਂ ਇਕਨੋਮੀ ਨੂੰ ਰੀਸਟਾਰਟ ਕਰਨਾ ਇਸ ਤਰੀਕੇ ਨਾਲ ਕਰੀਏ ਜਿਹੜੇ ਕਿ ਫੁੱਲੀ ਥਾਟ ਆਊਟ ਹੋਵੇ, ਸਲੋਲੀ ਸੈਕਟਰ ਬਾਈ ਸੈਕਟਰ ਫੇਜ਼ ਇਨ ਅਪਰੋਚ ਲਈ ਜਾਵੇ, ਸੇਫਟੀ ਜਿਹੜੀਆਂ ਪ੍ਰੀਕਾਸ਼ਨਸ ਆ ਤੇ ਉਹ ਸਾਰੀਆਂ ਉਹਦੇ ਵਿੱਚ ਹੋਣ ਤਾਂ ਕਿ ਕਿਤੇ ਦੁਬਾਰਾ ਇਹ ਜਿਹੜੀ ਬਿਮਾਰੀ ਫੈਲਣੀ ਸ਼ੁਰੂ ਨਾ ਹੋ ਜਾਏ। ਸੋ ਆਈ ਥਿੰਕ ਪ੍ਰੀਮੀਅਰ ਸਾਹਿਬ ਸਾਡੇ ਉਹਦੇ ਤੇ ਇਹ ਡਿਟੇਲ ਬਾਰੇ ਗੱਲ ਹੋ ਰਹੀ ਆ। ਪ੍ਰੋਵਿੰਸ਼ੀਅਲ ਜਿਹੜੇ ਸਾਡੇ ਹੈਲਥ ਆਫੀਸਰ ਹੈਗੇ ਆ ਬੌਨੀ ਹੈਨਰੀ ਹੋਣੀ, ਉਹਨਾਂ ਦੀ ਹਦਾਇਤ ਤੇ ਉਹਨਾਂ ਦੀ ਸਲਾਹ ਦੇ ਨਾਲ ਜਿਸ ਤਰ੍ਹਾਂ ਉਹ ਗਾਈਡ ਕਰਨਗੇ ਕਿਹੜੀ ਇੰਡਸਟਰੀ ਨੈਕਸਟ ਸਟਾਰਟ ਹੋ ਸਕਦੀ ਆ, ਕਿਹਨਾਂ ਹਾਲਾਤਾਂ ਵਿੱਚ ਸਟਾਰਟ ਹੋ ਸਕਦੀ, ਕਿਹੋ ਜਿਹਾ ਸੇਫਟੀ ਪ੍ਰੀਕਾਸ਼ਨਸ ਹੋਣਗੇ, ਉਹਦੇ ਮੁਤਾਬਕ ਸਟੈਪ ਬਾਈ ਸਟੈਪ ਜਿਹੜੇ ਆ ਉਹ ਲੈ ਜਾਣਗੇ ਤੇ ਪ੍ਰੀਮੀਅਰ ਸਾਹਿਬ ਉਹਦੀ ਜਿਹੜੀ ਡਿਟੇਲਸ ਹੈਗੀ ਆ ਉਹਦੇ ਬਾਰੇ ਅਨਾਉਂਸ ਕਰਨਗੇ ਜਿਹੜੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ। ਜੀ, ਜਦੋਂ ਕਿਤੇ ਕੋਈ ਹਦਾਇਤ ਜਾਰੀ ਹੁੰਦੀ ਹੈ, ਲਾਗੂ ਹੁੰਦੀ ਹੈ, ਉਹਨੂੰ ਮੰਨਿਆ ਜਾਂਦਾ ਹੈ ਤੇ ਫਿਰ ਉਹ ਇਸ ਕਰਕੇ ਲਾਗੂ ਕੀਤੀ ਜਾਂਦੀ ਹੈ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋਵੇ ਜਾਂ ਫਿਰ ਕਿਸੇ ਦਾ ਵੀ, ਚਾਹੇ ਸਰਕਾਰ ਦਾ, ਕਿਸੇ ਦਾ ਵੀ ਨੁਕਸਾਨ ਨਾ ਹੋਵੇ। ਤੇ ਇਹ ਵੀ ਕੁਝ ਹਦਾਇਤਾਂ ਇਸੇ ਤਰ੍ਹਾਂ ਕੀਤੀਆਂ ਗਈਆਂ। ਵੱਖੋ ਵੱਖਰੇ ਬਿਜ਼ਨੈਸਿਸ ਨੇ ਜਿਹੜੇ ਇਸ ਵਕਤ ਵੇਅਰ ਹਾਊਸਿਸ ਵਿੱਚ ਵੀ ਕੰਮ ਹੋ ਰਿਹਾ ਹੈ ਜਾਂ ਕੋਈ ਪਲਾਂਟ ਲੱਗੇ ਹੋਏ ਨੇ, ਜਿਵੇਂ ਹੁਣ ਪੋਲਟਰੀ ਫਾਰਮ ਦੇ ਵਿੱਚ ਵੀ, ਪਲਾਂਟ ਦੇ ਵਿੱਚ ਵੀ ਆਊਟਬ੍ਰੇਕ ਹੋਇਆ ਤੇ ਉੱਥੇ ਅਣਗਹਿਲੀ ਵਰਤੀ ਗਈ ਹੋਵੇਗੀ, ਜਿਸ ਦਾ ਨਤੀਜਾ ਨਿਕਲਿਆ। ਤੇ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਕੰਮ ਵਾਲੀਆਂ ਥਾਵਾਂ ਹੈਗੀਆਂ ਨੇ ਜਿੱਥੋਂ ਵਰਕਰ ਨੇ ਜਿਹੜੇ ਸ਼ਿਕਾਇਤਾਂ ਕਰ ਰਹੇ ਨੇ ਤੇ ਸਾਨੂੰ ਵੀ ਬਹੁਤ ਸਾਰੇ ਮੈਸੇਜ ਆਉਂਦੇ ਨੇ ਕਿ ਜਿਹੜੀ ਅਣਗਹਿਲੀ ਹੈ ਵਰਤੀ ਜਾ ਰਹੀ ਹੈ ਹਜੇ ਵੀ। ਜੀ, ਸੋ ਅਸੀਂ ਜਿੰਨੀ ਵੱਧ ਤੋਂ ਵੱਧ ਅਵੇਅਰਨੈਸ ਪਹੁੰਚਾ ਸਕੀਏ ਪਹੁੰਚਾਈ ਆ। ਇੰਪਲੋਇਮੈਂਟ ਸਟੈਂਡਰਡ ਬ੍ਰਾਂਚ ਨੇ ਵੀ ਵੈਬਸਾਈਟ COVID-19 ਨੂੰ ਡੀਲ ਕਰਨ ਵਾਸਤੇ ਹਦਾਇਤਾਂ ਉਹਦੇ ਵਿੱਚ ਲਿਖੀਆਂ ਹੋਈਆਂ। ਵਰਕਰਸ ਦੇ ਕੀ ਰਾਈਟ ਹੈਗੇ, ਇੰਪਲੋਇਰ ਦੀ ਕੀ ਜ਼ਿੰਮੇਵਾਰੀ ਬਣਦੀ ਆ। ਵਰਕ ਸੇ BC ਨੇ ਵੀ COVID-19 ਦੌਰਾਨ ਜਿਹੜੀਆਂ ਇੰਸਟਰਕਸ਼ਨਸ ਤੇ ਗਾਈਡਲਾਈਨਸ ਪਾਈਆਂ ਹੋਈਆਂ ਡਿਫਰੈਂਟ ਇੰਡਸਟਰੀ ਵਾਸਤੇ। ਇੰਡਸਟਰੀ ਸਪੈਸੀਫਿਕ ਗਾਈਡਲਾਈਨਸ ਹੈਗੀਆਂ, ਕੰਸਟਰਕਸ਼ਨ ਵਾਸਤੇ ਜੁਦੀ ਹੈਗੀ ਆ, ਰੀਟੇਲ ਵਾਸਤੇ ਜੁਦੀ ਹੈਗੀ, ਗਰੋਸਰੀ ਸਟੋਰ ਵਾਸਤੇ ਜੁਦੀ ਹੈਗੀ ਆ, ਤੇ ਇਹੋ ਜਿਹੇ ਮੈਨੂਫੈਕਚਰ ਵਾਸਤੇ ਜੁਦੀ ਹੈਗੀ ਆ। ਉਹ ਤੋਂ ਤੁਸੀਂ ਗਾਈਡ ਲੈਣੀ ਹੁੰਦੀ ਆ। ਤੇ ਨਾਲ ਦੀ ਨਾਲ ਸਾਰਿਆਂ ਨੂੰ ਦੱਸਿਆ ਕਿ ਜੇ ਤੁਹਾਨੂੰ ਲੱਗਦਾ ਤੁਹਾਡਾ ਇੰਪਲੋਇਰ ਜਾਂ ਤੁਹਾਡੇ ਗਰੁੱਪ ਦੇ ਵਿੱਚ ਉਹ ਜਿਹੜੀਆਂ ਹਦਾਇਤਾਂ ਉਹਨਾਂ ਨੂੰ ਪੂਰੀ ਸੁਣਵਾਈ ਨਹੀਂ ਹੋ ਰਹੀ ਜਾਂ ਉਹ ਲਾਗੂ ਨਹੀਂ ਹੋ ਰਹੀਆਂ, ਉਹਦੇ ਤੇ ਨੰਬਰ ਦਿੱਤੇ ਹੋਏ ਆ ਤਾਂ ਕਿ ਉਹ ਦੁਬਾਰਾ ਉਹਨਾਂ ਨੂੰ ਕਾਲ ਕਰਕੇ ਤਾਂ ਉੱਥੇ ਇੰਸਪੈਕਸ਼ਨ ਹੋ ਸਕਦੀ ਆ। WCB ਨੇ ਇੰਸਪੈਕਸ਼ਨ ਕਾਫੀ ਵਧਾ ਦਿੱਤੀ ਆ ਵਰਕ ਸਾਈਟ ਤੇ ਜਾ ਕੇ। ਪ੍ਰੋਵਿੰਸ਼ੀਅਲ ਹੈਲਥ ਆਫੀਸਰ ਤੇ ਉਹ ਇਕੱਠੇ ਰਲ ਕੇ ਕਈ ਵਾਰੀ ਉੱਥੇ ਜਾ ਕੇ ਇੰਸਪੈਕਸ਼ਨ ਕਰਦੇ ਆ, ਦੇਖਣਾ ਕਿ ਪ੍ਰੋਵਿੰਸ਼ੀਅਲ ਆਫੀਸਰ ਦੇ ਇੰਸਟਰਕਸ਼ਨਸ ਤੇ ਗਾਈਡਲਾਈਨ ਤੇ ਚੱਲ ਰਹੇ ਆ ਤੇ WCB ਦੀ ਹੈਲਥ ਐਂਡ ਸੇਫਟੀ ਦੇ ਗਾਈਡਲਾਈਨ ਤੇ ਚੱਲ ਰਹੇ ਆ। ਸੋ ਇਹੋ ਜਿਹੇ, ਕਿਉਂਕਿ ਫਾਈਨ ਕਾਫੀ ਹੋ ਸਕਦੇ ਜੇ ਕੋਈ ਨਹੀਂ ਮੰਨਦਾ ਇਹਨਾਂ ਹਦਾਇਤਾਂ, ਕਿਉਂਕਿ ਇਹ ਸਿਰਫ ਸੁਜੈਸ਼ਨਸ ਨਹੀਂ ਹੈਗੇ, ਇਹ ਕਾਨੂੰਨ ਆ। ਇਹ ਕਾਨੂੰਨ ਅੰਡਰ ਦੀ ਐਮਰਜੈਂਸੀ ਇਹ ਲਾਗੂ ਆ। ਇਸ ਕਰਕੇ ਜਿਹੜਾ ਕਾਨੂੰਨ ਦੀ ਉਲੰਘਣਾ ਕਰੇਗਾ ਉਹਨੂੰ ਫਾਈਨ ਹੋ ਸਕਦਾ ਤੇ ਉਹਦੇ ਕਨਸੀਕੁਐਂਸਸ ਹੈਗੇ ਆ। ਤੇ ਫਿਰ ਜਿਹੜਾ ਆਊਟਬ੍ਰੇਕ ਹੋਇਆ ਪਲਾਂਟਸ ਦੇ ਵਿੱਚ ਵੀ, ਉੱਥੋਂ ਦੇ ਬਾਅਦ ਵਿੱਚ ਕੀ ਇਹ ਤੇ ਨਿਕਲਿਆ ਜਾਣਾ ਕਿ ਹੁਣ ਉਹ ਤਾਂ ਹੋ ਗਿਆ, ਫੈਲ ਲਿਆ ਉੱਥੋਂ, ਤੇ ਫਿਰ ਉੱਥੇ ਜੋ ਕਾਰਨ ਵੀ ਲੱਭੇ ਜਾਣਗੇ ਤਾਂ ਜਿਹੜੀ ਕਾਰਵਾਈ ਹੈ ਉਹ ਕਿਸ ਤਰ੍ਹਾਂ ਦੀ ਹੋਣੀ ਹੈ? ਕਿਉਂਕਿ ਇਸ ਵਕਤ ਲੋਕਾਂ ਨੂੰ ਗਲਤੀਆਂ ਵੀ ਹੋ ਰਹੀਆਂ ਨੇ, ਹਦਾਇਤਾਂ ਦੀ ਉਲੰਘਣਾ ਵੀ ਹੋ ਰਹੀ ਹੈ, ਤਾਂ ਉਸ ਵਕਤ ਸਿਰਫ ਵਾਰਨਿੰਗਸ ਵੀ ਮਿਲ ਰਹੀਆਂ ਨੇ, ਪਰ ਜਿਹੜੇ ਬਾਅਦ ਵਿੱਚ ਕਈਆਂ ਨੂੰ ਇਸ ਦੇ ਉੱਤੇ ਕਾਰਵਾਈ ਹੋਣੀ ਹੈ। ਜਿਵੇਂ ਹੁਣ ਕਈ ਸਟੋਰਸ ਦੇ ਉੱਤੇ ਮਹਿੰਗਾ ਸਮਾਨ ਵੇਚਿਆ ਜਾਣ ਲੱਗਿਆ, ਫਾਇਦਾ ਚੁੱਕਿਆ ਗਿਆ COVID-19 ਦੀ ਸਿਚੁਏਸ਼ਨ ਦਾ, ਤਾਂ ਕਿਹੋ ਜਿਹੇ ਚੀਜ਼ ਆਪਣੇ ਉਹਦੇ ਵਿੱਚ ਰਣਨੀਤੀ ਵਿੱਚ ਘੜੀ ਜਾ ਰਹੀ ਹੈ ਕਿ ਫਿਊਚਰ ਵਿੱਚ ਅਤੇ ਕਿਹੋ ਜਿਹੀਆਂ ਕਾਰਵਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ? ਉਹਦੀ ਇਨਫੋਰਸਮੈਂਟ ਅਸੀਂ RCMP ਨੂੰ ਵੀ ਦੇ ਦਿੱਤੀ ਹੈਗੀ ਆ ਤੇ ਜਿਹੜੇ ਸਾਡੇ ਸਿਟੀ ਦੇ ਬਾਇਲਾ ਆਫੀਸਰ ਉਹਨਾਂ ਕੋਲ ਵੀ ਅਥਾਰਟੀ ਹੈਗੀ ਆ ਕਿ ਉਹਨੂੰ ਲਾਗੂ ਕਰ ਸਕਦੇ ਆ, ਟਿਕਟ ਦੇ ਸਕਦੇ ਆ। ਜਿਹੜਾ ਰੀਸੇਲ ਹੈਗੀ ਆ, ਐਸੈਂਸ਼ੀਅਲ ਜਿਹੜੇ ਪ੍ਰੋਡਕਟ ਹੈਗੇ ਆ ਪ੍ਰੋਟੈਕਟਿਵ ਇਕਵਿਪਮੈਂਟ ਦੀ, ਉਹਨਾਂ ਵਾਸਤੇ ਬੜੀ ਸਖਤ ਸਜ਼ਾ ਹੋ ਸਕਦੀ, $2000 ਤੱਕ ਉਹਦੀ ਸਜ਼ਾ ਹੋ ਸਕਦੀ ਆ। ਸੋ ਕਾਫੀ ਇਹਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ। ਜੇ ਕੋਈ ਆਪਾਂ ਦਿਸਦਾ ਕੋਈ ਉਲੰਘਣਾ ਕਰ ਰਿਹਾ ਇਸ ਕਾਨੂੰਨ ਦੀ ਤਾਂ ਉਹਦੇ ਤੇ ਤੁਸੀਂ ਫੋਨ ਕਰ ਸਕਦੇ ਹੋ ਤੇ ਉਹਦੇ ਤੇ ਕਾਫੀ ਐਕਸ਼ਨ ਹੋ ਸਕਦਾ। ਜਿਹੜੀ ਆਪਣਾ ਚਿਕਨ ਪ੍ਰੋਸੈਸਿੰਗ ਫੈਸਿਲਿਟੀ ਦੀ ਗੱਲ ਕਰਦੇ ਹਾਂ, ਉਹ ਜਦੋਂ ਸਾਨੂੰ ਉਹਦੇ ਵਿੱਚ ਸ਼ਾਇਦ ਬਹੁਤਿਆਂ ਨੂੰ ਨਹੀਂ ਪਤਾ ਹੋਗਾ, ਪਰ ਫੈਡਰਲ ਜਿਹੜੇ ਆ ਹੈਲਥ ਇੰਸਪੈਕਟਰਸ ਉਹਦੇ ਵਿੱਚ ਮੌਜੂਦ ਰਹਿੰਦੇ ਸੀਗੇ। ਸੋ ਹੋਇਆ ਕੀ ਕਿ ਪਤਾ ਨਹੀਂ ਉਹ ਕਿਉਂ ਐਕਸ਼ਨ ਨਹੀਂ ਲਿਆ ਗਿਆ, ਪਰ ਜਦੋਂ ਪ੍ਰੋਵਿੰਸ ਦੇ
ਧਿਆਨ ਵਿੱਚ ਇਹ ਗੱਲ ਲਿਆਂਦੀ ਗਈ ਤੇ ਸਾਡੇ ਆਫੀਸਰਸ ਉੱਥੇ ਗਏ ਤੇ ਉਹਨਾਂ ਨੇ ਇਨਸਪੈਕਸ਼ਨ ਕੀਤੀ ਤਾਂ ਫਿਰ ਪਲਾਂਟ ਸਾਨੂੰ ਬੰਦ ਕਰਨਾ ਪਿਆ ਕਿਉਂਕਿ ਕਾਫੀ ਪੋਜ਼ਿਟਿਵ ਜਿਹੜੇ ਹੈਗੇ ਆ COVID-19 ਦੇ ਕੇਸ ਉੱਥੋਂ ਨਿਕਲੇ। ਫਿਰ ਦੂਸਰੀ ਉਹਨਾਂ ਦੀ ਫੈਕਟਰੀ ਸੀ ਉਹਦੇ ਵਿੱਚ ਵੀ ਹੋਇਆ, ਇੱਕ ਥਰਡ ਵਨ ਦੇ ਵਿੱਚ ਵੀ ਹੋਇਆ। ਸੋ ਆਈ ਥਿੰਕ ਇਹ ਬਹੁਤ ਹੀ ਜ਼ਰੂਰੀ ਹੋ ਗਿਆ ਆ WCB ਦੇ ਥਰੂ ਦਾ ਪ੍ਰੋਵਿੰਸ਼ੀਅਲ ਹੈਲਥ ਆਫਿਸ ਦੇ ਥਰੂ ਕਿ ਜੋ ਕੁਛ ਅਸੀਂ ਜਿਹੜੀ ਪ੍ਰੋਵਿੰਸ਼ੀਅਲ ਹੈਲਥ ਆਫਿਸ ਦੇ ਹਦਾਇਤਾਂ ਹੈਗੀਆਂ ਉਹ ਕਾਨੂੰਨ ਆ ਔਰ ਕਾਨੂੰਨ ਦੇ ਹਿਸਾਬ ਦੇ ਨਾਲ ਉਹਨੂੰ ਮੰਨਿਆ ਜਾਵੇ, ਨਹੀਂ ਤਾਂ ਤੁਹਾਡੀ ਫੈਕਟਰੀ ਵੀ ਬੰਦ ਹੋ ਸਕਦੀ ਆ, ਵੱਡੇ ਫਾਈਨ ਵੀ ਹੋ ਸਕਦੇ ਆ। ਅਸੀਂ ਜਿੱਦਾਂ ਕਹਿੰਦੇ ਆ ਵੀ ਆਰ ਆਲ ਇਨ ਇਟ ਟੁਗੇਦਰ, ਅਸੀਂ ਰਲ ਕੇ ਜੇ ਆਪੋ ਆਪਣੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਡਿਸਪਲਿਨ 'ਚ ਰਹਿ ਕੇ ਕੰਮ ਕਰਾਂਗੇ ਤੇ ਉਨੀ ਜਲਦੀ ਇਹ COVID-19 ਨੂੰ ਅਸੀਂ ਕਾਬੂ ਕਰ ਸਕਦੇ ਹਾਂ ਤੇ ਅਸੀਂ ਆਉਣ ਵਾਲੀ ਜਿਹੜੀ ਆ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਜੌਬਸ ਹੈਗੀਆਂ ਇਕੋਨਮੀ ਨੂੰ ਮੁੜ ਕੇ ਦੁਬਾਰਾ ਸ਼ੁਰੂ ਕਰ ਸਕਦੇ, ਲੋਕੀ ਫਿਰ ਦੁਬਾਰਾ ਕੰਮਾਂ ਤੇ ਜਾ ਸਕਦੇ ਆ। ਸੋ ਇਹ ਬਹੁਤ ਜ਼ਰੂਰੀ ਹੈਗਾ ਜੀ। ਤੇ ਫਿਰ ਜਿਹੜਾ ਹਾਊਸਿੰਗ ਵਾਸਤੇ ਕਿਹਾ ਜਾ ਰਿਹਾ, ਹੁਣ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਜਿਹੜੀ 1000 ਦੀ ਹੈਲਪ ਦੇਣੀ ਹੈ ਉਹ ਤਾਂ ਇਸ ਚੀਜ਼ ਦੇ ਉੱਤੇ ਹੈ ਕਿ ਜਿਨ੍ਹਾਂ ਨੂੰ CERB ਮਿਲ ਰਹੀ ਹੈ ਉਹਨਾਂ ਨੂੰ ਉਹ ਵੀ ਐਲੀਜੀਬਲ ਹੋ ਗਏ, ਪਰ ਜਿਹੜੀ ਰੈਂਟ ਵਿੱਚ ਹੈਲਪ ਹੈ ਉਹਦੇ ਵਾਸਤੇ ਬਹੁਤ ਸਾਰੀਆਂ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਨੇ ਐਵੇਂ ਦੀਆਂ ਨੇ ਕਿ ਬਹੁਤ ਸਾਰੇ ਲੋਕ ਉਹਨੂੰ ਐਲੀਜੀਬਲ ਹੀ ਨਹੀਂ ਹੋ ਪਾ ਰਹੇ ਤੇ ਉਹਨਾਂ ਨੂੰ ਹੈਲਪ ਦੀ ਲੋੜ ਹੈਗੀ ਹੈ। ਦੇਖੋ ਅਸੀਂ ਕਿਹਾ ਕਿ ਜਿਹੜਾ ਰੈਂਟ ਪੇ ਕਰ ਸਕਦਾ ਉਹ ਰੈਂਟ ਜ਼ਰੂਰ ਪੇ ਕਰੇ। ਜੇ ਕਿਸੇ ਦੀ ਜੌਬ ਇਨਕਮ ਘਟ ਗਈ ਆ, ਜੌਬ ਜਾਂਦੀ ਲੱਗੀ ਆ ਤੇ ਉਹ ਰੈਂਟ ਪੇਣ ਵਿੱਚ ਦਿੱਕਤ ਆ ਰਹੀ ਆ ਤੇ ਪ੍ਰੋਵਿੰਸ $500 up to $500 ਉਹਦੇ ਲੈਂਡਲੋਰਡ ਨੂੰ ਪੇ ਕਰ ਦੇਗਾ ਉਹਨਾਂ ਦੇ ਬਿਹਾਫ ਤੇ, ਤਾਂ ਕਿ ਉਹਨਾਂ ਨੂੰ ਕੁਝ ਮਦਦ ਹੋ ਸਕੇ। ਸੋ ਇਹਦੇ ਜਿਹੜੇ ਕੁਆਲੀਫਾਈਂਗ ਇਹੀ ਹੈ ਕਿ ਤੁਹਾਡੀ ਇਨਕਮ ਜਿਹੜੀ ਹੈਗੀ ਆ ਉਹ ਸਰਟਨ ਲੈਵਲ ਤੋਂ ਘੱਟ ਹੋਵੇ ਔਰ ਤੁਹਾਡੀ ਸੋ ਮਚ ਉਹਦੀ ਇਨਕਮ ਘਟ ਗਈ ਆ ਪਹਿਲਾਂ ਨਾਲੋਂ, COVID-19 ਤੋਂ ਪਹਿਲਾਂ ਨਾਲੋਂ, ਫਿਰ ਤੁਸੀਂ ਕੁਆਲੀਫਾਈ ਹੁੰਦੇ ਆ। ਕਿਉਂਕਿ ਜਿਹਦੇ ਇਨਕਮ ਦੇ ਵਿੱਚ ਕੋਈ ਫਰਕ ਨਹੀਂ ਪਿਆ ਜਾਂ ਬਹੁਤ ਥੋੜਾ ਫਰਕ ਪਿਆ ਤੇ ਉਹਦਾ ਸ਼ਾਇਦ ਇੰਨਾ ਹੱਕ ਨਹੀਂ ਬਣਦਾ ਇਹ ਜਿਹੜਾ ਬੈਨੀਫਿਟ ਲੈਣ ਦਾ ਕੰਪੇਅਰ ਕਿ ਜਿਹੜਾ ਉਹ ਬੰਦਿਆਂ ਦਾ ਜਿਨ੍ਹਾਂ ਦੀ ਇਨਕਮ ਕਾਫੀ ਘਟ ਗਈ ਔਰ ਇਨਕਮ ਉਹਨਾਂ ਦੀ ਘੱਟ ਹੈ। ਸੋ ਜ਼ਿਆਦਾ ਤੌਰ ਤੇ ਲੋੜਵੰਦਾਂ ਵਾਸਤੇ ਇਹ ਪ੍ਰੋਗਰਾਮ ਸ਼ੁਰੂ ਕੀਤੇ ਗਏ ਆ। ਜ਼ਿਆਦਾ ਲੋੜਵੰਦ ਜਿਹੜੇ ਹੋਣਗੇ ਉਹਨਾਂ ਨੂੰ ਇਹਦਾ ਪੂਰਾ ਫਾਇਦਾ ਮਿਲੇਗਾ। ਜਿਹੜੇ ਪੇ ਕਰ ਸਕਦੇ ਆ ਫਿਰ ਵੀ ਉਹਨਾਂ ਨੂੰ ਅਸੀਂ ਇਹੀ ਦਿੰਦੇ ਆ ਸੁਜੈਸ਼ਨ ਕਿ ਤੁਸੀਂ ਪੇ ਜ਼ਰੂਰ ਕਰੋ। ਪਰ ਜਿਹੜੇ ਹੋਮ ਓਨਰ ਐਸੋਸੀਏਸ਼ਨਸ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਉਹਨਾਂ ਦੇ ਵੱਲੋਂ ਕਹਿਣਾ ਹੈ ਕਿ ਉਹ ਲੋਕ ਇਸ ਦਾ ਫਾਇਦਾ ਚੁੱਕ ਰਹੇ ਨੇ ਕਿ ਜਿਵੇਂ ਕਿ ਹੁਣ ਐਵਿਕਸ਼ਨ ਆਰਡਰ ਨਹੀਂ ਦਿੱਤੇ ਜਾ ਸਕਦੇ COVID-19 ਦੌਰਾਨ, ਤਾਂ ਫਿਰ ਲੋਕ ਜਿਹੜੇ ਦੇ ਸਕਦੇ ਨੇ ਉਹ ਵੀ ਨਹੀਂ ਦੇ ਰਹੇ, ਪਰ ਇਸ ਦਾ ਭੁਗਤਾਨ ਉਹਨਾਂ ਨੂੰ ਨਹੀਂ ਕਰਨਾ ਪੈ ਰਿਹਾ, ਜਿਹੜੇ ਕਿਰਾਏਦਾਰ ਹੈ ਭੁਗਤਾਨ ਮਕਾਨ ਮਾਲਕਾਂ ਨੂੰ ਕਰਨਾ ਪੈ ਰਿਹਾ। ਸੋ ਦੇਖੋ ਇਹ ਕੋਈ ਹਾਲਾਤ, ਕਿਉਂਕਿ ਆਹ ਹਾਲਾਤ ਜਿਹੜੇ ਆ ਇਹ ਲੰਘ ਜਾਣੇ ਆ। ਉਹ ਜਿਹੜਾ ਹੈਗਾ ਆ ਰੈਂਟਰਸ ਤੇ ਲੈਂਡਲੋਰਡ ਦਾ ਰਿਲੇਸ਼ਨਸ਼ਿਪ ਉਹ ਬਣਿਆ ਰਹਿਣਾ ਤੇ ਜਿਹੜਾ ਰੈਂਟ ਨਹੀਂ ਪੇ ਕਰਦਾ ਉਹ ਰੈਂਟ ਉਹਨਾਂ ਨੂੰ ਪੇ ਕਰਨਾ ਹੀ ਪੈਣਾ ਇੱਕ ਦਿਨ। ਜੇ ਅੱਜ ਨਹੀਂ ਪੇ ਕਰਨਗੇ ਮਹੀਨੇ ਨੂੰ ਜਾਂ 2 ਮਹੀਨੇ ਨੂੰ ਪੇ ਕਰਨਾ ਪਏਗਾ ਤੇ ਬੈਟਰ ਹੈ ਕਿ ਉਹ ਆਪਣਾ, ਕਿਉਂਕਿ ਅਸੀਂ ਜਿਹੜਾ ਇਹ ਵੀ ਆਇਆ ਕਿ ਕੁਝ ਅੰਕੜੇ ਆਏ ਆ ਲੈਂਡਲੋਰਡਸ ਵੱਲੋਂ ਵੀ ਵੈਨਕੂਵਰ ਦੇ ਵਿੱਚ ਜਿਨ੍ਹਾਂ ਦੇ ਓਵਰ 100 ਯੂਨਿਟ ਸੀਗੇ ਅਪਾਰਟਮੈਂਟ ਦੇ ਵਿੱਚ 98% ਨੇ ਪੇ ਕਰ ਦਿੱਤਾ। ਸੋ ਮਤਲਬ ਹੈ ਮੈਜੋਰਟੀ ਜਿਹੜੇ ਹੈਗੇ ਆ ਰੈਂਟਰਸ ਪੇ ਕਰ ਰਹੇ ਆ। ਜੈਸ ਕੁਛ ਜਿਹੜੇ ਕਿ ਪਹਿਲਾਂ ਤੋਂ ਵੀ ਹੋ ਸਕਦਾ ਪ੍ਰੋਬਲਮ ਰੈਂਟਰਸ ਹੋਣਗੇ, ਹੁਣ ਇਸ ਵੇਲੇ ਵੀ ਫਾਇਦਾ ਉਠਾਉਣ ਦਾ ਕੋਸ਼ਿਸ਼ ਕਰ ਰਹੇ ਆ। ਪਹਿਲਾਂ ਵੀ ਕੁਝ ਬੈਡ ਲੈਂਡਲੋਰਡ ਫਾਇਦਾ ਉਠਾਉਂਦੇ ਰਹਿੰਦੇ ਰਹੇ ਸਿਚੁਏਸ਼ਨ ਦਾ, ਹੁਣ ਵੀ ਸ਼ਾਇਦ ਉਠਾਉਣਗੇ। ਸੋ ਅਖੀਰ ਨੂੰ ਆਪਾਂ ਗੱਲ ਕਰਦੇ ਹਾਂ ਜਿਹੜੇ ਸਾਰੇ ਚੰਗੇ ਲੋਕ ਹੈਗੇ, ਜਿਹੜੇ 98% ਹੈਗੇ ਆ ਚੰਗੇ ਰੈਂਟਰਸ ਨੇ ਰੈਂਟ ਪੇ ਕਰਨਾ ਤੇ ਚੰਗੇ ਲੈਂਡਲੋਰਡ ਨੇ ਉਹਨਾਂ ਨੂੰ ਸਹੂਲਤ ਦੇਣੀ ਆ ਔਰ ਉਹਨਾਂ ਦਾ ਜਿਹੜਾ ਉਹ ਰਿਲੇਸ਼ਨਸ਼ਿਪ ਆ ਉਹ ਕਾਇਮ ਰਹਿਣਾ। ਕਿਉਂਕਿ ਰੈਂਟਰਸ ਨੂੰ ਪਤਾ ਕਿ ਜੇ ਅੱਜ ਮੈਂ ਨਹੀਂ ਆਪਣੀ ਜ਼ਿੰਮੇਵਾਰੀ ਨਿਭਾਵਾਂਗਾ ਤੇ ਕੱਲ ਨੂੰ ਮੈਨੂੰ ਘਰ ਨਹੀਂ ਮਿਲੇਗਾ ਤੇ ਉਹ ਜੇ ਉਹ ਚੰਗਾ ਘਰ ਹੈ ਉਹਨਾਂ ਨੂੰ ਪਸੰਦ ਹੈਗਾ ਤੇ ਉਹਨਾਂ ਨੂੰ ਉੱਥੇ ਇਹ ਚੰਗੀ ਗੱਲ ਹੈ ਕਿ ਉਹ ਆਪਣਾ ਸਬੰਧ ਬਣਾਈ ਰੱਖਣ ਤੇ ਤਾਂ ਕਿ ਰੈਂਟ ਪੇ ਕਰਨ, ਜਿੰਨਾ ਪੇ ਕਰ ਸਕਦੇ। ਗੌਰਮੈਂਟ ਸਪੋਰਟ ਕਰਦੀ ਜੇ ਤੁਹਾਡੀ ਇਨਕਮ ਘਟ ਗਈ ਆ ਅਪ ਟੂ $500 ਜੀ। ਤੇ ਫਿਰ ਜਿਵੇਂ ਹੁਣ ਬਹੁਤ ਸਾਰੇ ਸਵਾਲ ਵੀ ਆਉਂਦੇ ਅੱਜ ਕੱਲ੍ਹ ਤਾਂ ਲੋਕਾਂ ਦੇ ਵੱਲੋਂ, ਕਿਉਂਕਿ ਕਨਫਿਊਜ਼ ਨੇ ਲੋਕ ਬਹੁਤ ਜ਼ਿਆਦਾ, ਕਿਉਂਕਿ ਇੱਕਦਮ ਜਿਹੜੀ ਹੈਲਪ ਵੀ ਦਿੱਤੀ ਜਾ ਰਹੀ ਹੈ, ਇੱਕਦਮ ਐਲਾਨ ਹੋ ਰਹੇ ਨੇ, ਉਹ ਸਾਰੀਆਂ ਚੀਜ਼ਾਂ ਲੋਕਾਂ ਤੱਕ ਕਈ ਵਾਰ ਪਹੁੰਚ ਵੀ ਨਹੀਂ ਪਾਉਂਦੀਆਂ, ਤਾਂ ਫਿਰ ਤੁਹਾਨੂੰ ਵੀ ਬਹੁਤ ਸਾਰੇ ਸਵਾਲ ਆਉਂਦੇ ਹੋਣਗੇ, ਤਾਂ ਕਿਵੇਂ ਆਨਸਰ ਕੀਤਾ ਜਾ ਰਿਹਾ ਹੈ ਕਿ ਕਿਵੇਂ ਉੱਤੇ ਕੰਮ ਕੀਤਾ ਜਾ ਰਿਹਾ ਹੈ? ਜੀ ਆਪਾਂ ਇੱਕ ਚੀਜ਼ ਤੇ ਜ਼ਰੂਰੀ ਹੈ, ਸਾਰੇ ਮੰਨਦੇ ਕਿ ਬੜੀ ਅਨਪ੍ਰੈਸੀਡੈਂਟਡ ਟਾਈਮਸ ਹੈਗੇ ਆ, ਐਕਸਟਰਾਆਰਡੀਨਰੀ ਟਾਈਮਸ ਹੈਗੇ ਆ। ਆਪਾਂ ਉਹ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਾਂ ਜਿਹੜਾ ਕਿ ਆਪਾਂ ਨੋਰਮਲ ਟਾਈਮ ਦੇ ਵਿੱਚ ਕਦੀ ਐਂਟੀਸਿਪੇਟ ਵੀ ਨਹੀਂ ਕੀਤੀਆਂ, ਅਸੀਂ ਸੋਚੀਆਂ ਵੀ ਨਹੀਂ ਹੈਗੀਆਂ। ਸੋ ਉਹੋ ਜਿਹੇ ਹਾਲਾਤ ਸਾਡੇ ਸਾਹਮਣੇ ਆਉਂਦੇ ਆ, ਕੰਸਰਨਸ ਆਉਂਦੇ ਆ। ਅਸੀਂ ਜਿੰਨਾ ਵੱਧ ਤੋਂ ਵੱਧ ਆਪਣੀ ਕਾਬਲੀਅਤ ਮੁਤਾਬਕ ਜਿੰਨੀ ਜਲਦੀ ਉਹਨਾਂ ਦੇ ਅਸੀਂ ਆਨਸਰ ਲੱਭ ਕੇ ਉਹਨਾਂ ਨੂੰ ਦੇ ਸਕੀਏ, ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਯੈਸ, ਅਸੀਂ ਜਿਹੜੇ ਅਨਾਊਂਸਮੈਂਟ BC ਸਰਕਾਰ ਨੇ ਕੀਤੇ ਹੈਗੇ ਆ
ਉਹ ਤਕਰੀਬਨ ਜਿੱਦਾਂ ਹੁਣ ਉਹ $1000 ਆ ਮਈ ਪਹਿਲੀ ਤੋਂ ਉਹ ਸਾਰੇ ਐਪਲੀਕੇਸ਼ਨ ਕਰ ਸਕਦੇ, ਉਹਨਾਂ ਨੂੰ ਪੈਸੇ ਆ ਜਾਣਗੇ। ਜਿਹੜੇ ਬਿਜ਼ਨੈਸਿਸ ਹੈਗੇ ਉਹਨਾਂ ਨੂੰ ਕਿਹਾ ਕਿ ਤੁਸੀਂ ਸੈਪਟੈਂਬਰ 30 ਤੱਕ ਆਪਣਾ ਜਿਹੜਾ ਉਹ ਟੈਕਸਿਸ ਹੈਗੇ ਆ ਉਹ ਡਿਲੇ ਕਰ ਸਕਦੇ ਹੋ। ਅਸੀਂ ਉਹਨਾਂ ਦੇ ਜਿਹੜੇ ਪ੍ਰੋਵਿੰਸ਼ੀਅਲ ਸਕੂਲ ਟੈਕਸ ਹੈਗਾ ਆ ਉਹ ਉਹਨਾਂ ਦਾ 25% ਮਾਫ ਕਰ ਦਿੱਤਾ। ਸੋ ਜਿਹੜਾ BC ਸਰਕਾਰ ਕਰ ਸਕਦੀ ਕਰੀ ਜਾ ਰਹੇ ਹਾਂ। ਅਸੀਂ ਇੰਪਲੋਇਮੈਂਟ ਸਟੈਂਡਰਡ ਦੇ ਵਿੱਚ ਚੇਂਜਸ ਪਹਿਲਾਂ ਵੀ ਲੈ ਆਂਦੀਆਂ ਸੀਗੀਆਂ ਕਿ ਜੇ ਵਰਕਰ COVID-19 ਨਾਲ ਇੰਪੈਕਟਡ ਹੈਗਾ ਉਹਨੂੰ ਘਰ ਰਹਿਣਾ ਪੈਣਾ ਤਾਂ ਉਹਦੀ ਜੌਬ ਜਿਹੜੀ ਆ ਪ੍ਰੋਟੈਕਟਡ ਹੋਏਗੀ। ਤੇ ਨਾਲ ਦੀ ਨਾਲ ਅਸੀਂ ਹੁਣ ਅੱਜ ਜਿਹੜੀ ਚੇਂਜ ਆਪਾਂ ਗੱਲ ਕਰ ਰਹੇ ਹਾਂ ਕਿ ਇੰਪਲੋਇਰ ਤੇ ਇੰਪਲੋਈ ਦੋਨਾਂ ਨੂੰ ਫਾਇਦਾ ਹੋ ਸਕਦਾ, ਉਹ ਚੇਂਜ ਲੈ ਆਂਦੀ ਆ, ਉਹ ਲਾਗੂ ਅੱਜ ਤੋਂ ਸ਼ੁਰੂ ਹੋ ਗਈ ਹੈ। ਸੋ ਇਸ ਕਰਕੇ ਜੋ ਕੁਝ ਅਸੀਂ ਸਾਡੇ ਹੱਥ 'ਚ ਪ੍ਰੋਵਿੰਸ਼ੀਅਲ ਸਰਕਾਰ ਦਾ ਅਸੀਂ ਕਰਦੇ ਜਾ ਰਹੇ ਹਾਂ। ਫੈਡਰਲ ਸਰਕਾਰ ਵੀ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਹਾਲਾਤ ਇਹੋ ਜਿਹੇ ਕਿ ਘੰਟਾ ਬਾਈ ਘੰਟਾ ਡੇ ਬਾਈ ਡੇ ਚੇਂਜ ਹੋ ਰਹੇ ਆ। ਸੋ ਐਡੀ ਜਲਦੀ ਹਰ ਇੱਕ ਚੀਜ਼ ਦਾ ਆਨਸਰ ਮਿਲਣਾ ਥੋੜਾ ਮੁਸ਼ਕਿਲ ਆ। ਸੋ ਅਸੀਂ ਸਾਰਿਆਂ ਨੂੰ ਕਹਿੰਦੇ ਥੋੜਾ ਪੇਸ਼ੈਂਸ ਰੱਖੋ, ਇਹ ਹਾਲਾਤ ਵਿੱਚ ਵੀ ਆਪਾਂ ਲੰਘ ਜਾਵਾਂਗੇ। ਇਕੱਠੇ ਹੋ ਕੇ ਆਪਣਾ ਡਿਸਪਲਿਨ ਐਜ਼ ਏ ਸੋਸਾਇਟੀ ਡਿਸਪਲਿਨ ਵਿੱਚ ਰਹਿ ਕੇ ਅਸੀਂ ਪੇਸ਼ੈਂਸ ਰੱਖ ਕੇ ਸਮਾਂ ਜੀ ਕੱਢ ਲਈਏ ਤੇ ਆਪਾਂ ਉਨੀ ਜਲਦੀ ਇੱਕ ਦੂਜੇ ਦੀ ਮਦਦ ਕਰ ਸਕਦੇ ਹਾਂ। ਕਿਉਂਕਿ ਜਿੰਨੀ ਜ਼ਿਆਦਾ ਅਸੀਂ ਇੱਕ ਦੂਜੇ ਦੀ ਮਦਦ ਕਰਾਂਗੇ, ਇੱਕ ਦੂਜੇ ਦੇ ਬਰਾਬਰ ਖੜਾਂਗੇ, ਉਹਨਾਂ ਦਾ ਸਹਾਰਾ ਬਣਾਂਗੇ ਸਰਕਾਰ ਦੇ ਨਾਲ ਰਲ ਕੇ, ਉਨੀ ਜਲਦੀ ਜਿਹੜੀ ਇਹ ਔਖ ਦੀ ਘੜੀ ਆ ਉਨੀ ਥੋੜੀ ਸੌਖੀ ਵੀ ਹੋ ਜਾਏਗੀ ਤੇ ਅਸੀਂ ਇਹਦੀ ਦਿੱਕਤ ਵਿੱਚੋਂ ਛੇਤੀ ਬਾਹਰ ਨਿਕਲ ਜਾਵਾਂਗੇ। ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਜਾਣਕਾਰੀ ਦੇਣ ਵਾਸਤੇ ਤੇ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਐਂਡ ਕੀਪ ਅਪ ਦ ਗੁੱਡ ਵਰਕ। ਥੈਂਕ ਯੂ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।